ਜਿਵੇਂ ਆਮ ਬੰਦੇ ਨੇ ਇੱਕ ਘਰ ਪਕੌੜੇ ਬਣਾਉਣੇ ਆ, ਅੱਗੇ 60 ਰੁਪਏ ਕਿਲੋ ਵੇਸਣ ਹੁੰਦਾ ਸੀਗਾ, ਅੱਜ 60 ਰੁਪਏ ਦਾ ਅੱਧਾ ਕਿਲੋ ਵੇਸਣ ਹੈ। ਇੱਕ ਅਚਾਰ ਦਾ ਡੱਬਾ ਅੱਗੇ 60 ਰੁਪਏ ਦਾ ਹੁੰਦਾ ਸੀਗਾ, ਅੱਜ 160 ਰੁਪਏ ਦਾ ਹੋ ਗਿਆ। ਇੱਕ ਸਰੋਂ ਦੇ ਤੇਲ ਦੀ ਬੋਤਲ ਹੈ 120 ਵਾਲੀ 180 ਰੁਪਏ ਲੀਟਰ ਹੋਲਸੇਲ 'ਚ ਹੋ ਗਈ। ਆਮ ਬੰਦਾ ਕੀ ਖਾਊਗਾ? ਅੱਗੇ ਤੇ ਗੱਲ ਸੁਣੀ ਸੀ ਕਿ ਕਿਸਾਨ ਆਤਮ ਹੱਤਿਆ ਕਰਦੇ ਆ, ਹੁਣ ਤਾਂ ਵਪਾਰੀ ਆਤਮ ਹੱਤਿਆ ਕਰਿਆ ਕਰੂਗੇ। ਹੁਣ ਇੱਕ ਰਾਈਸ ਹੈ, ਆਮ ਬੰਦਾ ਕਹਿੰਦਾ ਕਿ ਘਰੇ ਚਾਵਲ ਖਾਣੇ ਆ, ਬੱਚਿਆਂ ਨੂੰ ਚਾਵਲ ਖਿਲਾਣੇ ਆ, ਇਹ 150 ਰੁਪਏ ਕਿਲੋ ਚਾਵਲ ਹੋ ਗਿਆ ਹੋਲਸੇਲ 'ਚ। 150 ਲਿਜਾ ਕੇ ਆਮ ਰਿਟੇਲਰ 180 ਵੇਚੂ, ਉਹਨੂੰ ਹੁਣ 200 ਰੁਪਏ ਕਿਲੋ ਹੀ ਪਏਗਾ। ਔਰ ਅਗਲਾ ਕਹਿੰਦਾ ਦੇਸੀ ਘਿਓ ਖਾ, ਡਾਕਟਰ ਕਹਿੰਦਾ ਦੇਸੀ ਘਿਓ ਖਾ ਲੈ। ਦੇਸੀ ਘਿਓ ਕਿੰਨਾ? 450 ਰੁਪਏ ਲੀਟਰ। ਚਾਹ ਪੱਤੀ ਹੈ 400 ਰੁਪਏ ਕਿਲੋ, 200 ਰੁਪਏ ਵਾਲੀ 400 ਰੁਪਏ ਕਿਲੋ। ਤੁਸੀਂ 2 ਮਹੀਨੇ ਰੁਕ ਜਾਓ, ਇੱਕ ਤਾਂ ਲੋਕਡਾਊਨ ਨੇ ਮਾਰਤਾ, ਕਰੋਨਾ ਨੇ ਮਾਰਤਾ, ਹੁਣ ਤੋਂ ਅਗਲੇ 2 ਮਹੀਨਿਆਂ ਦਾ ਨਾ ਸ਼ਾਇਦ ਸਾਨੂੰ ਵੀ ਆਤਮ ਹੱਤਿਆ ਕਰਨੀ ਪਏ, ਕਿਉਂਕਿ ਸਾਡੇ ਹਾਲਾਤ ਮਾੜੇ ਹੋ ਗਏ। ਮੈਂ ਮੋਦੀ ਸਰਕਾਰ ਨੂੰ ਕਹਿੰਦਾ, ਕੈਪਟਨ ਸਰਕਾਰ ਨੂੰ ਕਹਿੰਦਾ, ਕੋਈ ਸੋਚੋ। GST ਦਾ ਮਤਲਬ ਸੀ ਏਕ ਦੇਸ਼ ਏਕ ਟੈਕਸ। ਮੋਦੀ ਸਾਹਿਬ ਦੇ ਬਿਆਨ ਆਏ ਸੀ, ਸਾਨੂੰ ਨਹੀਂ ਪਤਾ ਸੀ ਕਿ ਉਦੋਂ ਇਹ ਗੱਲ ਕਹੀ ਸੀ ਕਿ ਤੁਹਾਨੂੰ ਕੋਈ ਹੋਰ ਟੈਕਸ ਭਰਨ ਦੀ ਲੋੜ ਹੀ ਨਹੀਂ। ਸਾਨੂੰ ਪੁੱਛ ਕੇ ਦੇਖੋ, ਸਾਡੀਆਂ 30 ਫਾਈਲਾਂ ਲੱਗ ਗਈਆਂ, ਮਹੀਨੇ ਤੁਹਾਡੀ 30 ਰਿਟਰਨਾਂ ਜਾਂਦੀਆਂ। ਠੀਕ ਹੈ, ਜਿਹਦੀ ਸੇਲ 5 ਕਰੋੜ ਹੈ ਉਹਨੂੰ ਅੱਡ ਹੈ, 10 ਵਾਲੀ ਅੱਡ ਹੈ, 10 ਨੂੰ ਰਿਟਰਨ ਅੱਡ ਹੈ, 12 ਨੂੰ ਅੱਡ ਹੈ, 15 ਨੂੰ ਅੱਡ ਹੈ। ਰੋਜ਼ ਟੈਕਸ ਲੱਗੀ ਜਾਂਦੇ ਆ, ਟੈਕਸ ਕੈਟਾਗਰੀ ਬਦਲੀ ਜਾਂਦੀ ਹੈ। ਅਸੀਂ ਇੰਨੇ ਇਨਕਮ ਟੈਕਸ ਦਿੰਦੇ, ਇੰਨੇ ਕਰ, ਸਾਨੂੰ ਅੱਜ ਤੱਕ 2 ਰੁਪਏ ਰਿਫੰਡ ਨਹੀਂ ਆਉਂਦਾ। ਮੋਦੀ ਸਾਹਿਬ ਕਹਿੰਦੇ ਕੁਛ ਹੈ ਕਿ ਏਕ ਦੇਸ਼ ਏਕ ਟੈਕਸ, ਉਹ ਕਹਿਣਾ ਗਲਤ ਕਹਿ ਗਏ, ਉਹ ਚਾਹੀਦਾ ਸੀ ਏਕ ਦੇਸ਼ ਅਨੇਕ ਟੈਕਸ। ਉਧਰ ਕੈਪਟਨ ਸਾਹਿਬ ਨੇ ਲਹੂ ਪੀ ਲਿਆ। ਲਹੂ ਕੀ ਪੀ ਲਿਆ? ਕੈਪਟਨ ਸਾਹਿਬ ਕਹਿੰਦੇ ਪ੍ਰੋਪਰਟੀ ਟੈਕਸ ਵੱਧ ਗਿਆ। ਸਰਕਾਰ ਨੇ ਜੇ ਇੱਕ ਕਾਰ ਵੀ ਵੇਚੀ ਹੈ ਨਾ 10 ਲੱਖ ਰੁਪਏ ਦੀ, ਉਹ ਸਰਕਾਰ ਨੂੰ ਉਹ 'ਤੇ ਵੇਖਿਆ ਕਈ ਕਰੋੜਾਂ ਦੀ ਆਮਦਨ ਹੋ ਜਾਂਦੀ ਹੈ। ਤੁਸੀਂ ਗੱਡੀ ਪੈਟਰੋਲ ਪਾਉਣਾ ਉੱਤੇ ਟੈਕਸ, ਟਾਇਰ ਪਾਉਣੇ ਉੱਤੇ ਟੈਕਸ, ਗੱਡੀ ਖਰਾਬ ਹੋ ਜਾਏ ਉੱਤੇ ਟੈਕਸ, ਸਪੇਅਰ ਪਾਰਟਸ ਲਓਗੇ ਉੱਤੇ ਟੈਕਸ, ਰੋਡ ਟੈਕਸ ਲਓਗੇ ਉੱਤੇ ਟੈਕਸ। ਟੈਕਸ ਹੀ ਟੈਕਸ ਹੈ ਜ਼ਿੰਦਗੀ 'ਚ, ਹੋਰ ਕੁਝ ਨਹੀਂ ਹੈਗਾ। ਪਰ ਸਰਕਾਰ ਨੇ ਸਾਡੀ ਮਦਦ ਨਹੀਂ ਕਰਨੀ। ਲੋਕ ਰੋਡ 'ਤੇ ਮਰ ਰਹੇ ਨੇ, ਰੁਲ ਰਹੇ ਨੇ, ਲੋਕਾਂ ਰੋਟੀ ਨਹੀਂ ਮਿਲ ਰਹੀ। ਸਰਕਾਰ ਨੂੰ ਸੋਚਣਾ ਚਾਹੀਦਾ ਇਸ ਬਾਰੇ। 60 ਰੁਪਏ ਕਿਲੋ ਸੀ ਦਾਲ, 80 ਰੁਪਏ ਕਿਲੋ ਹੈ, 80 ਰੁਪਏ ਲਈ 100 ਰੁਪਏ ਕਿਲੋ ਹੈ, 110 ਰੁਪਏ ਕਿਲੋ ਹੋਲਸੇਲ 'ਚ ਮੂੰਗੀ ਤੋਂ ਵੀ ਦਾਲ ਹੈ। ਆਮ ਬੰਦਾ ਕੀ ਖਾਊਗਾ ਤੇ ਕੀ ਕਰੂਗਾ? 165 ਰੁਪਏ ਲੀਟਰ ਹੋਲਸੇਲ 'ਚ ਗਗਨ ਘਿਓ ਹੈ, 150 ਰੁਪਏ ਲੀਟਰ ਹੋਲਸੇਲ 'ਚ। ਸਾਡਾ ਤਾਂ ਵਪਾਰ ਹੀ ਖਤਮ ਹੋ ਗਿਆ ਇੱਥੇ। ਅੱਜ ਹੀ ਰੇਟ ਉਲਟਾ ਹੋ ਗਿਆ, ਝੋਲਾ ਭਰ ਕੇ ਨੋਟ ਲੈ ਜਾਓ ਤੇ ਜੇਬ ਭਰ ਕੇ ਰਾਸ਼ਨ ਲਿਆਓ। ਕੋਈ ਸਰੋਂ ਦੇ ਤੇਲ ਦਾ ਇੱਕ ਟੀਨ ਲੈਣਾ ਹੋਵੇ ਨਾ, ਅਗਲਾ ਕਹਿੰਦਾ ਟੀਨ ਲੈਣਾ ਕਿੰਨੇ ਦਾ? 3000 ਰੁਪਏ ਦਾ। ਆਮ ਨੋਰਮਲ ਬੰਦਾ, ਮਿਡਲ ਕਲਾਸ ਬੰਦਾ ਕਿੱਥੇ ਜਾਊਗਾ? ਜਿਹਦੀ 20,000 ਸੈਲਰੀ, 25,000 ਸੈਲਰੀ, 30,000 ਸੈਲਰੀ, ਕਿੱਦਾਂ ਉਹਦਾ ਗੁਜ਼ਾਰਾ ਹੋਊਗਾ? ਅਡਾਨੀ ਫੋਰਚੂਨ 80 ਰੁਪਏ ਲੀਟਰ ਹੁੰਦਾ ਸੀ, ਜਿਹੜਾ ਕਿ ਅੱਜ 170 ਰੁਪਏ ਲੀਟਰ ਕਰਤਾ ਉਹਨੇ। ਗੇਮ ਹੈ, ਆਪਰੇਟਰ ਗੇਮ ਹੈ, ਜਿਹੜੇ ਕਿ ਇੰਨੀ ਤੇਜ਼ੀ ਲਿਆਤੀ ਇਹਨਾਂ ਨੇ ਹਰ ਚੀਜ਼ ਨੂੰ। ਜਿਹਨੇ ਸਬਜ਼ੀ ਬਣਾਉਣੀ ਸੀ ਅਗਲਾ ਸੋਚੀ ਜਾਂਦਾ ਬਣਾਵਾਂ। ਇੰਨਾ ਮਹਿੰਗਾ ਤੇਲ, 200 ਰੁਪਏ ਕਿਲੋ ਵਾਲਾ ਤੇਲ, ਕਿੱਥੇ ਸਬਜ਼ੀ ਬਣਦੀ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਕਲਪਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਪਿਛਲੇ 1 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਕਰੋਨਾ ਮਹਾਮਾਰੀ ਦੇ ਕਰਕੇ ਹਰ ਇੱਕ ਆਮ ਵਿਅਕਤੀ ਦੇ, ਹਰ ਇੱਕ ਕਾਰੋਬਾਰੀ ਵਪਾਰੀਆਂ ਦੇ ਕੰਮਕਾਰ ਇਸ ਹੱਦ ਤੱਕ ਪ੍ਰਭਾਵਿਤ ਹੋਏ ਨੇ ਕਿ ਸਾਰਿਆਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਚੁੱਕਿਆ ਹੈ। ਤੇ ਉੱਥੇ ਹੀ ਦੂਜੇ ਪਾਸੇ ਰੋਜ਼ਾਨਾ ਯੂਜ਼ ਦੇ ਵਿੱਚ ਆਉਣ ਵਾਲਾ ਸਮਾਨ, ਰਾਸ਼ਨ ਜਿਹੜਾ ਹੈ, ਲਗਾਤਾਰ ਉਸਦੇ ਰੇਟ ਜਿਹੜੇ ਨੇ ਉਹ ਵੱਧਦੇ ਨਜ਼ਰ ਆ ਰਹੇ ਨੇ। ਕਿਸ ਤਰੀਕੇ ਨਾਲ ਮਹਿੰਗਾਈ ਜਿਹੜੀ ਹੈ ਉਹ ਅਸਮਾਨ ਨੂੰ ਵੀ ਛੂੰਹਦੀ ਨਜ਼ਰ ਆ ਰਹੀ ਹੈ। ਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਬੂਟੇ ਸ਼ਾਹ ਮੰਡੀ ਵਿਖੇ, ਜੋ ਕਿ ਇਹੀ ਰਾਸ਼ਨ ਦੇ ਸਮਾਨਾਂ ਦੀ ਹੋਲਸੇਲ ਮਾਰਕੀਟ ਹੈ। ਤੇ ਅਸੀਂ ਇੱਥੇ ਦੇ ਵਪਾਰੀਆਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰੀਕੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਾਸ਼ਨ ਦੇ ਜੋ ਵੱਖ-ਵੱਖ ਆਈਟਮਸ ਦੇ ਉਹਨਾਂ ਦੇ ਰੇਟਸ ਦੇ ਵਿੱਚ ਕਿੰਨੀ ਕੁ ਫਲਕਚੁਏਸ਼ਨ ਆ ਰਹੀ ਹੈ, ਰੇਟਸ ਦੇ ਵਿੱਚ ਕਿੰਨਾ ਕੁ ਵਾਧਾ ਹੋ ਰਿਹਾ ਹੈ। ਤੇ ਅਸੀਂ ਉਸ ਦੇ ਰਿਗਾਰਡਿੰਗ ਗੱਲਬਾਤ ਵੀ ਕਰਾਂਗੇ ਤੇ ਉਸ ਦੇ ਚੱਲਦੇ, ਕਿਉਂਕਿ ਜੋ ਮਹਿੰਗਾਈ ਵੱਧ ਰਹੀ ਹੈ, ਜਿੱਥੇ ਇੱਕ ਪਾਸੇ ਹੁਣ ਹਰ ਇੱਕ ਆਮ ਵਿਅਕਤੀ ਲਈ, ਕਿਉਂਕਿ ਜੇਬ ਤੇ ਜਿਹੜਾ ਭਾਰ ਪੈ ਰਿਹਾ ਉਸ ਦੇ ਚੱਲਦੇ ਉਹਨਾਂ ਲਈ ਵੀ ਮੁਸ਼ਕਲ ਹੋ ਰਿਹਾ ਹੈ ਕਿ ਉਹ ਕਿਵੇਂ ਜਿਹੜਾ ਹੈ ਸਾਰੀ ਸਮਾਨ ਜਿਹੜੇ ਹੈ ਉਸ ਦੀ ਖਰੀਦਦਾਰੀ ਕਰਨ। ਤੇ ਉੱਥੇ ਹੀ ਦੂਜੇ ਪਾਸੇ ਜੋ ਵਪਾਰੀ ਵਰਗ ਨੇ,
ਜਿਨ੍ਹਾਂ ਦੀ ਇਸੇ ਰਾਸ਼ਨ ਤੋਂ ਹੀ ਸੰਬੰਧਿਤ ਦੁਕਾਨਾਂ ਨੇ, ਜਿਹੜੇ ਉਹਨਾਂ ਦੇ ਵਪਾਰ ਨੇ, ਉਹ ਕਿਸ ਹੱਦ ਤੱਕ ਪ੍ਰਭਾਵਿਤ ਹੋ ਰਹੇ ਨੇ। ਤੇ ਆਓ ਅਸੀਂ ਗੱਲਬਾਤ ਕਰ ਲੈਂਦੇ ਹਾਂ ਤੇ ਤੁਹਾਨੂੰ ਵੀ ਸੁਣਾਉਂਦੇ ਹਾਂ। ਬਿਲਕੁਲ, ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਇਸ ਟਾਈਮ ਲੁਧਿਆਣਾ ਦੇ ਬੂਟੇ ਸ਼ਾਹ ਮੰਡੀ ਵਿਖੇ ਮੌਜੂਦ ਹਾਂ। ਹੋਲਸੇਲ ਜਿਹੜੀ ਰਾਸ਼ਨ ਦੀ ਹੋਲਸੇਲ ਮਾਰਕੀਟ ਹੈ ਤੇ ਸਾਡੇ ਨਾਲ ਮੌਜੂਦ ਨੇ ਵਪਾਰੀ, ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਰਾਸ਼ਨ ਦੀ ਗੱਲ ਹੁੰਦੀ ਹੈ ਤੇ ਰੋਜ਼ਾਨਾ ਯੂਜ਼ ਦੇ ਵਿੱਚ ਆਉਂਦਾ ਹੈ ਸਮਾਨ, ਤੇ ਇਸ ਦੇ ਵਿੱਚ ਜਿਹੜੀ ਹੈ ਇਸ ਦੇ ਰੇਟ ਦੇ ਵਿੱਚ ਫਲਕਚੁਏਸ਼ਨ ਕਾਫੀ ਤੇਜ਼ੀ ਨਾਲ ਦੇਖਣ ਨੂੰ ਮਿਲ ਰਹੀ ਹੈ, ਮਹਿੰਗਾਈ ਕਾਫੀ ਵੱਧਦੀ ਜਾ ਰਹੀ, ਕਿੰਨਾ ਕੁ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ? ਇਸ ਤਰ੍ਹਾਂ ਮੈਡਮ, ਜੈਸਾ ਜੀ ਤੁਸੀਂ ਦੇਖ ਰਹੇ ਹੋਵੋਗੇ, ਅੱਜ ਤੋਂ ਸਾਲ ਪਹਿਲਾਂ ਸਰੋਂ ਦਾ ਤੇਲ ਆਮ 70-80 ਰੁਪਏ ਲੀਟਰ ਮਿਲਦਾ ਹੁੰਦਾ ਸੀ ਆਮ ਪਬਲਿਕ ਨੂੰ, ਜਿਹੜਾ ਕਿ ਹੁਣ ਵੱਧ ਕੇ 200 ਰੁਪਏ ਲੀਟਰ ਪਹੁੰਚ ਗਿਆ ਵਾ। ਇਸ ਨਾਲ ਤੇ ਤੁਸੀਂ ਇਹ ਸਮਝੋ ਕਿ ਤੇਲ ਦੇ ਰੇਟ ਇੱਕ ਤਰ੍ਹਾਂ ਦੇ ਡਬਲ ਹੋ ਗਏ ਆ। ਇਸ ਨਾਲ ਗਾਹਕ ਵੀ ਮੰਡੀ 'ਚ ਘਟ ਗਿਆ ਵਾ, ਤੇ ਲੋਕਾਂ ਨੇ ਜਿਹੜਾ ਕਿ ਬੇਸਿਕ ਨੀਡ ਆ ਤੇਲ ਦੀ ਜਿਹੜੀ ਯੂਜ਼ ਹੁੰਦੀ ਹਰ ਘਰ 'ਚ, ਉਹ ਤੋਂ ਵੀ ਫਰਕ ਪਿਆ ਵਾ, ਤੇ ਆਮ ਗਰੀਬ ਬੰਦੇ ਦੀ ਜੇਬ ਤੇ ਵੀ ਇਸ ਦਾ ਬਹੁਤ ਫਰਕ ਪਿਆ ਵਾ। ਤੇ ਮੰਡੀ 'ਚ ਇਸ ਕਰਕੇ ਕਿ ਗਾਹਕਾਂ ਦੀ ਆਵਾਜਾਈ ਵੀ ਬਹੁਤ ਜ਼ਿਆਦਾ ਘਟ ਗਈ ਆ, ਵਪਾਰ ਨੂੰ ਬਹੁਤ ਜ਼ਿਆਦਾ ਫਰਕ ਪਿਆ ਵਾ, ਗਾਹਕ ਦੇ ਨਾ ਮਾਤਰ ਬਰਾਬਰ ਹੀ ਰਹਿ ਗਿਆ ਮੰਡੀ ਦੇ ਵਿੱਚ। ਬਿਲਕੁਲ ਸਰ, ਕਿਉਂਕਿ ਨਾ ਕਿਤੇ ਜਿਹੜੇ ਲੋਕਾਂ ਦੇ ਵੀ ਕੰਮਕਾਰ ਜਿਹੜੇ ਨੇ ਅਫੈਕਟ ਹੋਏ ਨੇ ਕਰੋਨਾ ਦੇ ਚੱਲਦੇ, ਜੇਬ ਤੇ ਅਸਰ ਪੈ ਰਿਹਾ ਉਹਨਾਂ ਦੇ, ਤੇ ਇਸੇ ਕਰਕੇ ਹੁਣ ਕਿਤੇ ਨਾ ਕਿਤੇ ਇਹ ਸਮਾਨ ਵੀ ਉਹਨਾਂ ਦੇ ਜਿਹੜੇ ਵਸੋਂ ਬਾਹਰ ਹੁੰਦਾ ਨਜ਼ਰ ਆ ਰਿਹਾ। ਹਾਂ ਬਿਲਕੁਲ, ਇਹ ਸਾਰਾ ਮਾਲ ਸਾਰਾ ਉਹਨਾਂ ਦੇ ਵਸਤੂ ਬਾਹਰ ਹੁੰਦਾ ਨਜ਼ਰ ਆ ਰਿਹਾ। ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ। ਇਹ ਰੇਟ ਮੋਦੀ ਗਵਰਨਮੈਂਟ ਕੋ ਤਾਂ ਮੈਨੂੰ ਲੱਗਦਾ ਨਹੀਂ ਕਿਤੇ ਕੰਟਰੋਲ ਹੋਊਗੇ। ਇਹ ਇਸ ਕਰਕੇ ਸਰਕਾਰ ਨੂੰ ਇਸ ਚੀਜ਼ ਵੱਲ ਬਹੁਤ ਧਿਆਨ ਦੇਣਾ ਚਾਹੀਦਾ। ਪੈਟਰੋਲ ਵੀ ਅੱਜ ਦੇਖੋ ਲੁਧਿਆਣੇ 'ਚ ਪੈਟਰੋਲ 95 ਤੋਂ 96 ਰੁਪਏ ਲੀਟਰ ਹੈ, ਹੋਰ ਵੱਡੇ ਸ਼ਹਿਰਾਂ 'ਚ ਆਪਾਂ ਦੇਖਦੇ ਹਾਂ ਪੈਟਰੋਲ 100 ਰੁਪਏ ਲੀਟਰ ਤੱਕ ਪਹੁੰਚ ਗਿਆ ਵਾ। ਆਮ ਬੇਸਿਕ ਬੰਦੇ ਦੀ ਕਰੋਨਾ ਦੇ ਮਾਰ ਕਰਕੇ ਆਏ ਬਹੁਤ ਘਟ ਗਈ ਆ, ਤੇ ਬੇਸਿਕ ਬੰਦੇ ਨੂੰ ਅੱਜ ਕੱਲ੍ਹ ਤਾਂ ਰੋਟੀ ਦੇ ਹੀ ਲਾਲਚ ਪਏ ਹੋਏ ਆ, ਉਹ ਟੈਕਸ ਵੱਲ ਤਾਂ ਕੀ ਜਾਊਗਾ ਮੇਰੇ ਹਿਸਾਬ ਨਾਲ, ਜਿਸ ਕਰਕੇ ਆਉਣ ਵਾਲੇ ਟਾਈਮ ਨੂੰ ਸਰਕਾਰ ਨੂੰ ਵੀ ਦਿੱਕਤ ਆਊਗੀ। ਜੇ ਟੈਕਸ ਹੀ ਨਹੀਂ ਇਕੱਠਾ ਹੋਊਗਾ ਸਰਕਾਰ ਕਿੱਥੋਂ ਚੱਲੂਗੀ? 15 ਤੋਂ 20 ਰੁਪਏ, ਮੈਂ ਬੂਟੇ ਸ਼ਾਹ ਮੰਡੀ ਤੋਂ ਬੱਬੂ ਦਾਲ ਵਾਲਾ, 15 ਤੋਂ 20 ਰੁਪਏ ਕਿਲੋ ਤੋਂ ਦਾਲਾਂ ਹੀ ਮਹਿੰਗੀਆਂ ਹੋ ਗਈਆਂ ਨੇ। ਜਿਹੜੀ ਪਿਛਲੇ 2-3 ਮਹੀਨੇ ਪਹਿਲਾਂ 60 ਰੁਪਏ ਕਿਲੋ ਸੀ ਦਾਲ, ਉਹ 80 ਰੁਪਏ ਕਿਲੋ ਹੈ, 80 ਰੁਪਏ ਲਈ 100 ਰੁਪਏ ਕਿਲੋ ਹੈ। ਸਭ ਤੋਂ ਜ਼ਿਆਦਾ ਜਿਹੜੀ ਮਾਰ ਫਰੇਟ ਦੀ ਪਈ ਹੈ, ਕਿਰਾਏ ਬਹੁਤ ਜ਼ਿਆਦਾ ਵੱਧ ਗਏ ਹੈ, ਡੀਜ਼ਲ ਬਹੁਤ ਮਹਿੰਗਾ ਹੈ, ਇਹਦੇ ਕਰਕੇ ਕਿਰਾਏ ਬਹੁਤ ਵਧਣ ਕਰਕੇ ਮਾਰਕੀਟ ਜ਼ਿਆਦਾ ਰੇਟ ਵੱਧ ਗਏ ਹੈ। 20 ਰੁਪਏ ਕਿਲੋ ਦਾਲਾਂ ਮਹਿੰਗੀਆਂ ਨੇ, ਸਾਰੀਆਂ ਦਾਲਾਂ, ਕੋਈ ਵੀ ਦਾਲ ਲੈ ਲਓ 100 ਰੁਪਏ ਤੋਂ ਥੱਲੇ ਦਾਲ ਨਹੀਂ ਹੈਗੀ। ਸਰ ਬਿਲਕੁਲ, ਦਾਲਾਂ ਦੀ ਜਦ ਗੱਲ ਹੁੰਦੀ ਹੈ, ਵੈਸੇ ਤਾਂ ਆਮ ਵਿਅਕਤੀ ਸੋਚਦਾ ਹੈ ਕਿ ਦਾਲ ਰੋਟੀ ਖਾ ਕੇ ਜਿਹੜਾ ਗੁਜ਼ਾਰਾ ਕਰ ਲੇਗਾ, ਪਰ ਜਦ ਹੁਣ ਦਾਲਾਂ ਦੇ ਵੀ ਰੇਟ ਵੱਧਦੇ ਨਜ਼ਰ ਆ ਰਹੇ, ਹੋਰ ਮਾਰਕੀਟ ਦੇ ਵਿੱਚ ਰਾਸ਼ਨ ਦੇ ਹੋਰ ਕਿਹੜੇ ਆਈਟਮਸ ਨੇ ਜਿਨ੍ਹਾਂ ਦੇ ਵਿੱਚ ਰੇਟ ਦੇ ਵਿੱਚ ਕਾਫੀ ਫਰਕ ਦੇਖਣ ਨੂੰ ਮਿਲਿਆ? ਅੱਜ ਦੀ ਰੇਟ 'ਚ ਇੱਕ ਰਾਜਮਾ 130 ਰੁਪਏ ਕਿਲੋ ਹੋਲਸੇਲ ਦੇ ਵਿੱਚ ਹੋ ਗਏ। ਆਮ ਬੰਦਾ ਕੀ ਖਾਊਗਾ? ਡਾਕਟਰ ਕਹਿੰਦਾ ਮੂੰਗੀ ਤੋਂ ਵੀ ਦਾਲ ਖਾਓ, ਘਰ ਜਾ ਕੇ ਮੂੰਗੀ ਤੋਂ ਅੱਜ 110 ਰੁਪਏ ਕਿਲੋ ਹੋਲਸੇਲ 'ਚ ਮੂੰਗੀ ਤੋਂ ਵੀ ਦਾਲ ਹੈ। ਆਮ ਬੰਦਾ ਕੀ ਖਾਊਗਾ ਤੇ ਕੀ ਕਰੂਗਾ? ਰਿਫਾਈਨਡ ਹੈ 165 ਰੁਪਏ ਲੀਟਰ ਹੋਲਸੇਲ 'ਚ, ਗਗਨ ਘਿਓ ਹੈ 150 ਰੁਪਏ ਲੀਟਰ ਹੋਲਸੇਲ 'ਚ। ਸਾਡਾ ਤਾਂ ਵਪਾਰ ਹੀ ਖਤਮ ਹੋ ਗਿਆ ਇੱਥੇ, ਕੋਈ ਆਂਦਾ ਨਹੀਂ, ਕੋਈ ਜਾਂਦਾ ਨਹੀਂ। ਇੱਕ ਵਾਰ ਫੈਕਟਰੀਆਂ ਬੰਦ ਪਈਆਂ, ਇੱਕ ਪੇਮੈਂਟਾਂ ਨਹੀਂ ਆਉਂਦੀ, ਇੱਕ ਵਪਾਰ ਹੀ ਖਤਮ ਹੋ ਗਿਆ ਸਾਰਾ। ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਕੁਛ ਨਾ ਕੁਛ, ਕੀ ਕਰੀਏ ਕੀ ਨਾ ਕਰੀਏ। ਇੰਨੇ ਪੈਸੇ ਲਾ ਕੇ ਸਟਾਕ ਲਾਇਆ, ਦੁਕਾਨਾਂ ਲਿੱਤੀਆਂ, ਅੱਗੇ ਲੋਕਾਂ ਪੈਸੇ ਲਾਏ, ਕਿਤੇ ਕੋਈ ਹੈ ਹੀ ਨਹੀਂ ਕੁਛ। ਸਵੇਰੇ ਆ ਜਾਓ, ਸ਼ਾਮ ਨੂੰ ਉਦੋਂ ਚੱਲ ਜਾਓ, ਸ਼ਾਮ ਨੂੰ 10,000 ਰੁਪਏ ਵਟਿਆ ਨਹੀਂ ਜਾਂਦਾ ਸਾਡੇ ਕੋਲੋਂ। ਕਿਤੇ ਨਾ ਕਿਤੇ ਸਰ, ਜੋ ਇਹ ਮਹਿੰਗਾਈ ਵੱਧ ਰਹੀ ਹੈ, ਜਿੱਥੇ ਆਮ ਲੋਕਾਂ ਲਈ ਇਹ ਸੋਚਣ ਮਜਬੂਰ ਹੋ ਗਏ ਨੇ ਕਿ ਉਹ ਕਿਵੇਂ ਖਰੀਦਣ ਇੰਨਾ ਸਮਾਨ, ਕਿਵੇਂ ਪਹਿਲਾਂ ਉਹ ਰਾਸ਼ਨ ਇੰਨੀ ਜਿਹੜਾ ਕਾਫੀ ਪੈਸੇ ਲੈ ਜਾਂਦੇ ਸੀ, ਰਾਸ਼ਨ ਭਰਵਾ ਲੈਂਦੇ ਸੀ, ਪਰ ਹੁਣ ਤਾਂ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ, ਪਰ ਉਸ ਦਾ ਅਸਰ ਤੁਹਾਡੇ ਕੰਮਕਾਰ ਤੇ ਵੀ ਦੇਖਣ ਨੂੰ ਮਿਲ ਰਿਹਾ। ਅੱਜ ਤੋਂ ਤੁਸੀਂ 20 ਸਾਲ ਪਹਿਲਾਂ ਗੱਲ ਸੁਣੀ ਸੀ ਕਿ ਲੋਕ ਨਾ ਝੋਲਾ ਭਰ ਕੇ ਲੈ ਕੇ ਆਉਂਦੇ ਸੀ, ਪੈਸੇ ਜੇਬ 'ਚ ਹੁੰਦੇ ਸੀ। ਅੱਜ ਦੀ ਰੇਟ ਉਲਟਾ ਹੋ ਗਿਆ, ਝੋਲਾ ਭਰ ਕੇ ਨੋਟ ਲੈ ਜਾਓ ਤੇ ਜੇਬ ਭਰ ਕੇ ਰਾਸ਼ਨ ਲਿਆਓ। ਇੰਨੀ ਮਹਿੰਗਾਈ ਹੋ ਗਈ। ਕੋਈ ਸਰੋਂ ਦੇ ਤੇਲ ਦਾ ਇੱਕ ਟੀਨ ਲੈਣਾ ਹੋਵੇ ਨਾ, ਅਗਲਾ ਕਹਿੰਦਾ ਟੀਨ ਲੈਣਾ ਕਿੰਨੇ ਦਾ? 3000 ਰੁਪਏ ਦਾ। ਕੋਈ ਰਿਫਾਈਨਡ ਖਾਣਾ ਹੈ, ਕਿਸੇ ਨੇ ਸ਼ੂਗਰ 40 ਰੁਪਏ ਕਿਲੋ ਸ਼ੂਗਰ ਹੋ ਗਈ। ਹਰ ਚੀਜ਼ ਕਿੰਨੀ ਮਹਿੰਗਾਈ ਹੋ ਗਈ। ਆਮ ਨੋਰਮਲ ਬੰਦਾ, ਮਿਡਲ ਕਲਾਸ ਬੰਦਾ ਕਿੱਥੇ ਜਾਊਗਾ? ਜਿਹਦੀ 20,000 ਸੈਲਰੀ, 25,000 ਸੈਲਰੀ, 30,000 ਸੈਲਰੀ, ਕਿੱਦਾਂ ਉਹਦਾ ਗੁਜ਼ਾਰਾ ਹੋਊਗਾ? ਇਸ ਕਾਰਨ ਮੋਦੀ ਸਰਕਾਰ ਨੇ ਤਾਂ ਪੱਠਾ ਹੀ ਬਿਠਾ ਛੱਡਿਆ ਸਾਰਾ। ਹਰ ਚੀਜ਼ ਬੰਦ ਕਰਤੀ, ਟੈਕਸ ਤੇ ਟੈਕਸ ਲਾਈ ਜਾਂਦੀ, ਟੈਕਸ ਲਾਈ ਜਾਂਦੀ। ਕੋਈ ਸੋਚੋ, ਵਪਾਰੀਆਂ ਬਾਰੇ ਸੋਚੋ, ਹਰ ਚੀਜ਼ ਬਾਰੇ ਸੋਚੋ। ਮੈਂ ਤੁਹਾਨੂੰ ਦਿਖਾਣਾ ਚਾਹੁੰਦਾ, ਜਿਵੇਂ ਆਮ ਬੰਦੇ ਨੇ ਇੱਕ ਘਰ ਪਕੌੜੇ ਬਣਾਉਣੇ ਆ, ਅੱਗੇ 60 ਰੁਪਏ ਕਿਲੋ ਵੇਸਣ ਹੁੰਦਾ ਸੀਗਾ, ਅੱਜ 60 ਰੁਪਏ ਦਾ ਅੱਧਾ ਕਿਲੋ ਵੇਸਣ ਹੈ ਫੋਰਚੂਨ ਦਾ, ਯਾਨੀ ਕਿ 120 ਰੁਪਏ ਕਿਲੋ ਵੇਸਣ ਹੋ ਗਿਆ। ਫੋਰਚੂਨ ਬ੍ਰਾਂਡ ਵੇਸਣ ਆ ਗਿਆ। ਇੱਕ ਅਚਾਰ ਦਾ ਡੱਬਾ ਹੈ, ਅੱਗੇ 60 ਰੁਪਏ ਦਾ ਹੁੰਦਾ ਸੀਗਾ, ਅੱਜ 160 ਰੁਪਏ ਦਾ ਹੋ ਗਿਆ। ਤੁਸੀਂ ਦੇਖ ਸਕਦੇ ਹੋ। ਇੱਕ ਸਰੋਂ ਦੇ ਤੇਲ ਦੀ ਬੋਤਲ ਹੈ 120 ਵਾਲੀ 180 ਰੁਪਏ ਲੀਟਰ ਹੋਲਸੇਲ 'ਚ ਹੋ ਗਈ। ਆਮ ਬੰਦਾ ਕੀ ਖਾਊਗਾ? ਅੱਗੇ ਤੇ ਗੱਲ ਸੁਣੀ ਸੀ ਕਿ ਕਿਸਾਨ ਆਤਮ ਹੱਤਿਆ ਕਰਦੇ ਆ, ਹੁਣ ਤਾਂ ਵਪਾਰੀ ਆਤਮ ਹੱਤਿਆ ਕਰਿਆ ਕਰੂਗੇ। ਤੁਸੀਂ 2 ਮਹੀਨੇ ਰੁਕ ਜਾਓ। ਇੱਕ ਤਾਂ ਲੋਕਡਾਊਨ ਨੇ ਮਾਰਤਾ, ਕਰੋਨਾ ਨੇ ਮਾਰਤਾ, ਹੁਣ ਤੋਂ ਅਗਲੇ 2 ਮਹੀਨਿਆਂ ਦਾ ਨਾ ਸ਼ਾਇਦ ਸਾਨੂੰ ਵੀ ਆਤਮ ਹੱਤਿਆ ਕਰਨੀ ਪਏ, ਕਿਉਂਕਿ ਸਾਡੇ ਹਾਲਾਤ ਮਾੜੇ ਹੋ ਗਏ। ਸਾਡੇ ਕੋਲ ਇੰਨੀ ਲੇਬਰਾਂ ਕੰਮ ਕਰਦੀਆਂ, ਇੰਨੀਆਂ ਗੱਡੀਆਂ, ਸਾਡੇ ਕੋਲ ਇੰਨੇ ਖਰਚੇ ਆ, ਸਾਨੂੰ ਕਿੱਥੇ ਜਾਈਏ ਅਸੀਂ? ਹੁਣ ਇੱਕ ਰਾਈਸ ਹੈ, ਆਮ ਬੰਦਾ ਕਹਿੰਦਾ ਜੀ ਘਰੇ ਚਾਵਲ ਖਾਣੇ ਆ, ਬੱਚਿਆਂ ਨੂੰ ਚਾਵਲ ਖਿਲਾਣੇ ਆ, ਇਹ 150 ਰੁਪਏ ਕਿਲੋ ਚਾਵਲ ਹੋ ਗਿਆ ਹੋਲਸੇਲ 'ਚ।
150 ਲਿਜਾ ਕੇ ਆਮ ਰਿਟੇਲਰ 180 ਵੇਚੂ, ਉਹਨੂੰ 200 ਰੁਪਏ ਕਿਲੋ ਹੀ ਪਏਗਾ। ਔਰ ਅਗਲਾ ਕਹਿੰਦਾ ਦੇਸੀ ਘਿਓ ਖਾ, ਡਾਕਟਰ ਕਹਿੰਦਾ ਦੇਸੀ ਘਿਓ ਖਾ ਲੈ। ਦੇਸੀ ਘਿਓ ਕਿੰਨਾ 450 ਰੁਪਏ ਲੀਟਰ। ਕੀ ਬੰਦਾ ਕਰੇਗਾ? ਸੋਚੋ, ਲੋਕਾਂ ਬਾਰੇ ਸੋਚੋ। ਮੈਂ ਮੋਦੀ ਸਰਕਾਰ ਨੂੰ ਕਹਿੰਦਾ, ਕੈਪਟਨ ਸਰਕਾਰ ਨੂੰ ਕਹਿੰਦਾ, ਕੋਈ ਸੋਚੋ। ਚਾਹ ਪੱਤੀ ਹੈ 400 ਰੁਪਏ ਕਿਲੋ, 200 ਰੁਪਏ ਵਾਲੀ 400 ਰੁਪਏ ਕਿਲੋ। ਕੋਈ ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਬਾਰੇ। ਸੋਚੋ, ਲੋਕਾਂ ਬਾਰੇ ਸੋਚੋ। ਨਹੀਂ ਲੋਕਾਂ ਨੇ ਮਰ ਜਾਣਾ, ਲੋਕਾਂ ਦਾ ਬੁਰਾ ਹਾਲ ਹੋ ਜਾਣਾ। ਲੋਕਾਂ ਬਾਰੇ ਸੋਚੋ। ਮੋਦੀ ਸਾਹਿਬ ਸੋਚੋ, ਕੈਪਟਨ ਸਾਹਿਬ ਸੋਚੋ। ਇਹ ਸਾਡੇ ਸਰਦਾਰ ਜੀ ਦਸ਼ਮੇਸ਼ ਦਾਲ ਵਾਲੇ, ਇਹਨਾਂ ਦਾ ਆਓ ਜੀ ਅੱਗੇ ਤੁਸੀਂ ਇੱਕ ਛੋਟੇ ਜਿਹੇ ਆਪਣੇ ਬਿਆਨ ਪ੍ਰਗਟ ਕਰੋ ਕੀ ਤੁਹਾਡੇ ਮਹਿੰਗਾਈ ਹੈ। ਇਹਨਾਂ ਸਰਦਾਰ ਜੀ, ਸਾਡਾ ਦਾਲਾਂ ਦਾ ਕੰਮ ਹੈ, ਮੇਨ ਹੋਲਸੇਲ ਵਪਾਰੀ ਦਾਲਾਂ ਦੇ ਆ ਸਾਡੇ। ਇਹ ਮੰਡੀ ਦੇ ਵਿੱਚ ਸਾਡੇ ਆਓ ਸਰਦਾਰ ਜੀ, ਦੱਸੋ ਤੁਹਾਨੂੰ ਕੀ ਮਹਿੰਗਾਈ, ਤੁਹਾਨੂੰ ਕੀ ਦਿੱਕਤ ਦੱਸੋ। ਅਸੀਂ ਆਪਣੀ ਦਿੱਕਤਾਂ ਦੱਸਤੀਆਂ, ਤੁਸੀਂ ਆਪਣੀ ਦਿੱਕਤਾਂ ਦੱਸੋ ਕੀ ਦਿੱਕਤ ਹੈ, ਕੀ ਮਹਿੰਗਾਈ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਦਾਲਾਂ ਦੇ ਅੰਦਰ ਸਾਨੂੰ ਪਰੇਸ਼ਾਨੀ ਇਹ ਹੈਗੀ ਕਿ ਇਸ ਤੋਂ ਰੇਟ ਅਪ ਡਾਊਨਸ ਬਹੁਤ ਹੋ ਰਹੇ ਨੇ। ਤੇ ਇੱਕ ਜਿਹੜਾ ਆਪਣੇ ਵੱਡੇ ਵਪਾਰੀ ਅੰਬਾਨੀ ਅਡਾਨੀ ਐਂਟਰ ਕਰ ਗਏ ਨੇ, ਉਹਦੇ ਕਰਕੇ ਪਰੇਸ਼ਾਨੀ ਬਹੁਤ ਹੈ ਬਾਜ਼ਾਰ ਦੇ ਉੱਤੇ। ਰੇਟ ਅਪ ਡਾਊਨਸ ਕਰਕੇ ਕਸਟਮਰ ਟਿਕ ਨਹੀਂ ਰਿਹਾ। ਇਸ ਟਾਈਮ 700 ਲੈ ਕੇ 800 ਰੁਪਏ ਡਾਊਨ ਦਾਲਾਂ ਆਈਆਂ ਨੇ, ਉਹਦੇ ਕਰਕੇ ਸਾਨੂੰ ਵਪਾਰੀ ਨੂੰ ਨੁਕਸਾਨ ਬਹੁਤ ਹੋ ਰਿਹਾ। ਪਲੱਸ ਇਹ ਰਿਹਾ ਕਿ ਜੇ ਮੋਦੀ ਸਰਕਾਰ ਕੁਝ ਕਰ ਰਹੀ ਹੈ ਤੇ ਸਾਨੂੰ ਨਜ਼ਰ ਨਹੀਂ ਆ ਰਿਹਾ। ਸਭ ਤੋਂ ਵੱਡੀ ਗੱਲ ਇਹ ਹੈਗੀ ਹੈ, ਕਰ ਕੀ ਰਹੀ ਹੈ, ਕਿਸ ਬਿਹਾਫ 'ਤੇ ਕਰ ਰਹੀ ਸਾਨੂੰ ਪਤਾ ਨਹੀਂ। ਕੋਈ ਜ਼ਮੀਨੀ ਗੱਲ ਨਹੀਂ ਹੈਗੀ, ਸਭ ਹਵਾ 'ਚ ਗੱਲਾਂ ਹੋ ਰਹੀਆਂ ਨੇ। ਜੇ ਕਰੋਨਾ ਆਇਆ, ਕਰੋਨਾ ਕਾਲ ਹੀ ਲੋਕਡਾਊਨ ਕੀਤਾ, ਜੇ ਕਿਸੇ ਦੇ ਬਚਾਅ ਲਈ ਤੁਹਾਡੇ ਕੋਲ ਫੰਡ ਹੀ ਨਹੀਂ ਹੈਗੀ ਤੇ ਆਪਾਂ ਟੈਕਸ ਕਿਉਂ ਦਈਏ? ਆਪਾਂ ਟੈਕਸ ਦੇਣ ਦੇ ਹੱਕਦਾਰ ਹਾਂ ਕਿ ਸਾਨੂੰ ਸਿਕਿਉਰ ਕੀਤਾ ਜਾਵੇ। ਸਿਕਿਉਰ ਕਰਨ ਲਈ ਸਾਡੇ ਕੁਝ ਹੈ ਹੀ ਨਹੀਂ। ਇਫ ਐਨੀ ਵੇ ਕਿਸੇ ਕੋਲ ਕੋਈ ਹੱਲ ਹੈਗਾ ਤਾਂ ਅੱਗੇ ਆਵੇ। ਬਾਕੀ ਰਹੀ ਗੱਲ ਬਾਜ਼ਾਰ ਦੇ ਅੰਦਰ ਸਭ ਵਿਚਰਦੇ ਨੇ, ਸਭ ਨੂੰ ਪਤਾ ਹੈ ਜੀ। ਤੁਸੀਂ ਪਬਲਿਕ ਦੇ ਅੰਦਰ ਘੁੰਮ ਰਹੇ ਹੋ, ਸਭ ਨੂੰ ਪਤਾ ਹੈ ਜੀ ਸਭ ਕਿੰਨੇ ਪਰੇਸ਼ਾਨ ਨੇ। ਜ਼ਮੀਨੀ ਤੌਰ ਤੇ ਲੇਬਰ ਕਿੰਨੀ ਪਰੇਸ਼ਾਨ ਹੈ। ਲੇਬਰ ਤੋਂ ਅੜ ਕੇ ਇਸ ਟਾਈਮ ਲੇਬਰ ਟੋਟਲ ਲੁਧਿਆਣੇ ਤੋਂ ਗਾਇਬ ਹੈ ਇੰਡਸਟਰੀ ਦੇ ਅੰਦਰ। ਲੌਜ਼ਰੀ ਚਲ ਜਾਓ, ਦੂਸਰੇ ਪਾਸੇ ਚਲੋ, ਕਿਸੇ ਨੂੰ ਲੇਬਰ ਨਹੀਂ ਮਿਲੇਗੀ। ਤੁਹਾਨੂੰ ਲੇਬਰ ਕੋਲ ਖੁਰਾਕੀ ਨਹੀਂ ਮਿਲਣੀ, ਲੇਬਰ ਤੇ ਇੰਡਸਟਰੀ ਕੋਲ ਕੰਮ ਨਹੀਂ ਹੈਗਾ। ਕੌਣ ਦਾ ਧਿਆਨ ਦੇਵੇ? ਨੋਬਡੀ। ਬਾਕੀ ਚਲੋ ਸਭ ਦੇ ਨਾਲ ਹੈ, ਪਰ ਮੋਦੀ ਜੀ ਨੂੰ ਇਸ ਬਾਰੇ ਸੋਚਣਾ ਚਾਹੀਦਾ। ਆਪਣੇ PM ਨੇ ਤੇ ਆਪਣੇ CM ਸਾਹਿਬ ਹੋ ਗਏ, ਜਿਨ੍ਹਾਂ ਦੇ ਹੱਥ 'ਤੇ ਸਾਰੀ ਭਾਗਦੌੜ ਹੈ ਪੰਜਾਬ ਦੀ, ਉਹਨਾਂ ਨੂੰ ਦੇਖਣਾ ਚਾਹੀਦਾ, ਇਸ ਚੀਜ਼ ਬਾਰੇ ਸੋਚਣਾ ਚਾਹੀਦਾ। ਸ਼ੁਕਰੀਆ ਜੀ। ਮੋਦੀ ਸਾਹਿਬ ਨੇ ਅੱਜ ਤੋਂ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਏਕ ਦੇਸ਼ ਏਕ ਟੈਕਸ। GST ਲਾਇਆ ਸੀਗਾ। GST ਦਾ ਮਤਲਬ ਸੀ ਏਕ ਦੇਸ਼ ਏਕ ਟੈਕਸ। ਮੋਦੀ ਸਾਹਿਬ ਦੇ ਬਿਆਨ ਆਏ ਸੀ। ਸਾਨੂੰ ਨਹੀਂ ਪਤਾ ਸੀ ਕਿ ਉਦੋਂ ਇਹ ਗੱਲ ਕਹੀ ਸੀ ਕਿ ਤੁਹਾਨੂੰ ਕੋਈ ਹੋਰ ਟੈਕਸ ਭਰਨ ਦੀ ਲੋੜ ਹੀ ਨਹੀਂ। ਸਾਨੂੰ ਪੁੱਛ ਕੇ ਦੇਖੋ, ਸਾਡੀਆਂ 30 ਫਾਈਲਾਂ ਲੱਗ ਗਈਆਂ, ਮਹੀਨੇ ਤੁਹਾਡੀ 30 ਰਿਟਰਨਾਂ ਜਾਂਦੀਆਂ। ਠੀਕ ਹੈ, ਜਿਹਦੀ ਸੇਲ 5 ਕਰੋੜ ਹੈ ਉਹਨੂੰ ਅੱਡ ਹੈ, 10 ਵਾਲੀ ਅੱਡ ਹੈ, 10 ਨੂੰ ਰਿਟਰਨ ਅੱਡ ਹੈ, 12 ਨੂੰ ਅੱਡ ਹੈ, 15 ਨੂੰ ਅੱਡ ਹੈ। ਰੋਜ਼ ਟੈਕਸ ਲੱਗੀ ਜਾਂਦੇ ਆ। ਟੈਕਸ ਕੈਟਾਗਰੀ ਬਦਲੀ ਜਾਂਦੀ ਹੈ। ਅਸੀਂ ਇੰਨੇ ਇਨਕਮ ਟੈਕਸ ਦਿੰਦੇ, ਇੰਨੇ ਕਰ ਸਾਨੂੰ ਅੱਜ ਤੱਕ 2 ਰੁਪਏ ਰਿਫੰਡ ਨਹੀਂ ਆਉਂਦਾ। ਅਸੀਂ ਇੰਨੇ ਕੁ ਪਰੇਸ਼ਾਨ ਹੈ ਕਿ ਤੁਹਾਨੂੰ ਦੱਸੀਏ। ਮੋਦੀ ਸਾਹਿਬ ਕਹਿੰਦੇ ਕੁਛ ਹੈ ਕਿ ਏਕ ਦੇਸ਼ ਏਕ ਟੈਕਸ, ਉਹ ਕਹਿਣਾ ਗਲਤ ਕਹਿ ਗਏ। ਉਹ ਚਾਹੀਦਾ ਸੀ ਏਕ ਦੇਸ਼ ਅਨੇਕ ਟੈਕਸ। ਉਹ ਗਲਤ ਕਹਿ ਗਏ, ਉਹ ਗਲਤ ਬਿਆਨ ਦੇ ਗਏ। ਉਹਦੇ ਅਨੇਕ ਟੈਕਸ ਤਾਂ ਅਲੱਗ ਹੋ ਗਏ। ਉਧਰ ਕੈਪਟਨ ਸਾਹਿਬ ਲਹੂ ਪੀ ਲਿਆ। ਲਹੂ ਕੀ ਪੀ ਲਿਆ? ਕੈਪਟਨ ਸਾਹਿਬ ਕਹਿੰਦੇ ਪ੍ਰੋਪਰਟੀ ਟੈਕਸ ਵੱਧ ਗਿਆ, 125 ਗਜ ਅੱਡ ਟੈਕਸ ਲੱਗ ਗਿਆ। ਤੁਸੀਂ ਗੱਡੀ ਮੰਗਾਓ ਉਹ 'ਤੇ ਅੱਡ ਟੈਕਸ ਹੈ, ਗੱਡੀ ਖਰੀਦੋ ਉਹ 'ਤੇ ਅੱਡ ਟੈਕਸ ਹੈ। ਤੁਹਾਨੂੰ ਪਤਾ ਆਈ ਰੇਟ 'ਚ ਇੱਕ ਕਾਰ ਤੇ 10 ਲੱਖ ਦੀ ਲਈਏ, ਉਹ ਸਾਨੂੰ ਕਿੰਨੇ ਦੀ ਕੋਸਟ ਕਰਦੀ ਹੈ? 19 ਲੱਖ ਰੁਪਏ ਦੀ ਕਾਰ ਕੋਸਟ ਕਰਦੀ ਹੈ। ਮੇਰੇ ਕੋਲ ਪ੍ਰੂਫ ਪਏ ਆ ਸਾਰੇ। ਕਿੱਦਾਂ 40% GST ਉੱਪਰ CGST, ਫਿਰ ਕਾਉਸ ਟੈਕਸ, ਫਿਰ RCA ਟੈਕਸ, ਫਿਰ ਇੰਸ਼ੋਰੈਂਸ ਟੈਕਸ, ਫਿਰ ਤੇਲ ਪਵਾਓ 35 ਰੁਪਏ ਵਾਲਾ 100 ਰੁਪਏ ਪੈਂਦਾ, ਉਹ 'ਤੇ ਵੀ ਟੈਕਸ। ਜੇ ਗੱਡੀ ਦੇ ਟਾਇਰ ਫਟ ਜਾਏ ਉਹ 'ਤੇ ਵੀ ਟੈਕਸ। ਉਹ ਗੱਡੀ ਨਹੀਂ, ਉਹ ਸਰਕਾਰ ਦਾ ਇੱਕ ਨਿਆਣਾ ਅਡੋਪਟ ਕੀਤਾ ਸੀ ਬੱਚਾ ਅਡੋਪਟ ਕੇ ਕਹਿੰਦੇ ਖਿਲਾਈ ਚੱਲੋ ਬੱਚੇ ਨੂੰ। ਇੱਕ ਹਾਥੀ ਪਾਲ ਲਿਆ ਤੁਸੀਂ, ਇਹ ਕਾਰ ਪਾਲ ਲਈ, ਹਾਥੀ ਪਾਲ ਲਿਆ, ਉਹ ਦਈ ਚੱਲੋ ਸਾਰੀ ਉਮਰ ਤੁਸੀਂ ਦਈ ਜਾਣਾ। ਸਰਕਾਰ ਨੇ ਜੇ ਇੱਕ ਕਾਰ ਵੀ ਵੇਚੀ ਹੈ ਨਾ 10 ਲੱਖ ਰੁਪਏ ਦੀ, ਉਹ ਸਰਕਾਰ ਨੂੰ ਉਹ 'ਤੇ ਵੇਖਿਆ ਕਈ ਕਰੋੜਾਂ ਦੀ ਆਮਦਨ ਹੋ ਜਾਂਦੀ ਹੈ। ਤੁਸੀਂ ਗੱਡੀ ਪੈਟਰੋਲ ਪਾਉਣਾ ਉਹ 'ਤੇ ਟੈਕਸ, ਟਾਇਰ ਪਾਉਣੇ ਉਹ 'ਤੇ ਟੈਕਸ, ਗੱਡੀ ਖਰਾਬ ਹੋ ਜਾਏ ਉਹ 'ਤੇ ਟੈਕਸ, ਸਪੇਅਰ ਪਾਰਟਸ ਲਓਗੇ ਉਹ 'ਤੇ ਟੈਕਸ, ਰੋਡ ਟੈਕਸ ਲਓਗੇ ਉਹ 'ਤੇ ਟੈਕਸ। ਟੈਕਸ ਹੀ ਟੈਕਸ ਹੈ ਜ਼ਿੰਦਗੀ 'ਚ, ਹੋਰ ਕੁਝ ਨਹੀਂ ਹੈਗਾ। ਜੇ ਅੱਜ ਆਪਾਂ ਬਿਮਾਰ ਹੋਏ ਨੇ, ਸਾਡਾ ਬੱਚਾ ਬਿਮਾਰ ਹੋਇਆ, ਅਸੀਂ ਬਿਮਾਰ ਹੋ ਜਾਂਦੇ ਨਾ, ਹਸਪੀਟਲ ਜਾਂਦੇ ਆ, ਤਾਂ ਸਾਨੂੰ ਇੱਕ ਦਵਾਈ ਲੈਣੀ ਪੈਂਦੀ ਹੈ, ਉਹ ਉੱਤੇ ਵੀ ਟੈਕਸ ਸਾਨੂੰ ਦੇਣਾ। ਪਰ ਸਰਕਾਰ ਨੇ ਸਾਡੀ ਮਦਦ ਨਹੀਂ ਕਰਨੀ। ਲੋਕ ਰੋਡ ਤੇ ਮਰ ਰਹੇ ਨੇ, ਰੁਲ ਰਹੇ ਨੇ, ਲੋਕਾਂ ਰੋਟੀ ਨਹੀਂ ਮਿਲ ਰਹੀ। ਸਰਕਾਰ ਨੂੰ ਸੋਚਣਾ ਚਾਹੀਦਾ ਇਸ ਬਾਰੇ। ਛੋਟੀ ਆਈਟਮ ਤੋਂ ਲੈ ਕੇ ਹਰ ਚੀਜ਼ ਟੈਕਸ ਹੈ। ਜੇ ਅੱਜ ਆਪਾਂ ਕੱਪੜਾ ਵੀ ਸ਼ਰਟ ਵੀ ਲੈਣੇ ਉੱਤੇ ਵੀ ਟੈਕਸ ਹੈ, ਜੇ ਦੁੱਧ ਲੈਣੇ ਉੱਤੇ ਵੀ ਟੈਕਸ ਹੈ, ਰੋਟੀ ਖਾਣੀ ਉੱਤੇ ਵੀ ਟੈਕਸ ਹੈ। ਤੁਸੀਂ ਸੋਚੋ, ਤੁਸੀਂ ਵੀ ਇੱਕ ਮੀਡੀਆ ਸਲਾਹਕਾਰ ਬੰਦੇ ਹੋ, ਤੁਸੀਂ ਵੀ ਘਰ ਦਾ ਰਾਸ਼ਨ ਲੈਣੇ ਹੋਵੋਗੇ, ਤੁਹਾਨੂੰ ਵੀ ਦਿਖਦਾ ਹੀ ਹੋਊਗਾ ਕਿ ਕਿੰਨੀ ਮਹਿੰਗਾਈ ਹੈ। ਸੁਣਵਾਓ, ਸਾਡੀ ਸਰਕਾਰ ਨੂੰ ਗੱਲ ਸੁਣਾਓ, ਸਾਡੇ ਬਾਰੇ ਸਾਡੇ ਸਰਕਾਰ ਨੂੰ ਦੱਸੋ। ਤੁਸੀਂ ਸਾਡੇ ਸ਼ੁਭ ਭਰਾ ਹੋ, ਤੁਸੀਂ ਸਾਡੇ ਸ਼ੁਭ ਚਿੰਤਕ ਹੋ, ਤਾਂ ਅਸੀਂ ਸਾਡੇ ਬਾਰੇ ਸੋਚੋ। ਆਹ ਨਾ ਹੋਵੇ ਕਿ ਅਸੀਂ 2 ਮਹੀਨੇ ਤੇ ਮਿਲੀਏ ਨਾ ਤੁਹਾਨੂੰ, ਅਸੀਂ ਕੁਝ ਪਰੇਸ਼ਾਨ ਹੋਏ ਕਰ ਲਈਏ, ਰੋਡ ਤੇ ਬਹਿ ਜਾਈਏ, ਤਾਲੇ ਲੈ ਕੇ ਬਹਿ ਜਾਈਏ। ਅਸੀਂ ਬੈਂਕਾਂ ਦਾ ਵਿਆਜ ਵੱਖਰਾ, ਹਰ ਚੀਜ਼ ਵੱਖਰੀ। ਲੋਕ ਨੂੰ ਸਾਨੂੰ ਮਿਲਿਆ ਕੀ ਹੈ? ਕੁਝ ਨਹੀਂ ਮਿਲਿਆ। ਸਾਡੇ ਬਾਰੇ ਸਰਕਾਰ ਨੂੰ ਤੁਸੀਂ ਕਹੋ, ਸਾਡੇ ਤੁਸੀਂ ਸ਼ੁਭ ਚਿੰਤਕ ਹੋ, ਸਾਡੇ ਤੁਸੀਂ ਭਰਾ ਹੋ, ਭੈਣਾਂ ਹੋ, ਸਾਡੇ ਬਾਰੇ ਸੋਚੋ, ਸਾਡੇ ਬਾਰੇ ਕਹੋ। ਅਸੀਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਾਂਗੇ ਸਾਰੇ ਵਪਾਰੀ ਵਰਗ ਦੀ, ਸਾਡੀ ਬੇਨਤੀ ਹੈ ਕਿ ਸਾਡੇ ਬਾਰੇ ਸੋਚੋ ਬਸ।
ਰਾਸ਼ਨ ਦੇ ਅਸਰ ਇਹ ਹੈ ਮੈਡਮ, 1990 ਸੰਨ ਦੇ ਵਿੱਚ ਗੌਤਮ ਅਡਾਨੀ ਸਕੂਟਰ ਤੇ ਘੁੰਮਦਾ ਸੀ ਲਮਰੇਟਾ ਦੇ, ਅਸੀਂ ਘੁੰਮਦੇ ਸੀ ਕਾਰ 'ਚ। ਅੱਜ ਸਾਡੇ ਕੋਲ ਸਕੂਟਰ ਹੈ, ਉਹਦੇ ਕੋਲ ਹਵਾਈ ਜਹਾਜ਼ ਆ। ਸਾਰਾ ਰੁਪਈਆ ਹੀ ਮੋਦੀ ਸਰਕਾਰ ਨੇ ਗੌਤਮ ਅਡਾਨੀ ਨੂੰ ਦੇ ਦਿੱਤਾ। ਅੱਜ ਦੀ ਤਰੀਕ 'ਚ ਵਰਲਡ ਦੇ ਏਸ਼ੀਆ ਦੇ ਵਿੱਚੋਂ ਸੈਕਿੰਡ ਨੰਬਰ 'ਤੇ ਆ ਗਿਆ, ਜਦ ਕਿ ਉਹ 1990 ਸੰਨ ਦੇ ਵਿੱਚ ਇੱਕ ਲਮਰੇਟਾ 'ਤੇ ਘੁੰਮਦਾ ਸੀ, ਆਮ ਬੰਦਾ ਸੀਗਾ। ਇੰਨੀ ਕਿਹੜਾ ਬਿਜ਼ਨਸ ਹੋ ਗਿਆ, ਅਸੀਂ ਵੀ ਬਿਜ਼ਨਸ ਕਰਦੇ ਪਏ ਹਾਂ 90 ਸੰਨ ਤੋਂ 85 ਸੰਨ ਤੋਂ, ਕਿ ਉਹ ਕਿੰਨਾ ਰਾਈਜ਼ ਕਰ ਗਿਆ। ਕੌਣ ਰਾਈਜ਼ ਕਰਨ ਵਾਲੀ? ਸਰਕਾਰ। ਉਹਨੂੰ ਅਡਾਨੀ ਫਿਊਚਰ, ਅਡਾਨੀ ਫੋਰਚੂਨ 80 ਰੁਪਏ ਲੀਟਰ ਹੁੰਦਾ ਸੀ, ਜਿਹੜਾ ਕਿ ਅੱਜ 170 ਰੁਪਏ ਲੀਟਰ ਕਰਤਾ ਉਹਨੇ। ਇਹ ਸਾਰਾ ਇਹ ਸਰਕਾਰਾਂ ਦੀ ਮਿਲੀ ਭਗਤ ਨਾਲ ਹੋਇਆ ਵਾ, ਕੋਈ ਤੇਜ਼ੀ ਨਹੀਂ ਆਈ ਤੇਲ ਦੇ ਵਿੱਚ। ਇਹ ਜਦੋਂ ਇਲੈਕਸ਼ਨ ਆਣੇ ਆ ਫਿਰ ਮੰਦਾ ਹੋ ਜਾਣਾ ਵਾ ਤੇਲ ਨੇ। ਇਹ ਤਾਂ ਕੋਈ ਫਾਇਦਾ ਨਹੀਂ ਪਬਲਿਕ ਨੇ। ਠੀਕ ਹੈ, ਪਬਲਿਕ ਨੂੰ ਬਹੁਤ ਪਰੇਸ਼ਾਨੀ ਆ। 100 ਰੁਪਏ ਲੀਟਰ ਕਰਤਾ ਮੋਦੀ ਸਰਕਾਰ। ਜਦੋਂ ਬਾਹਰ ਸੀਗੀ ਪੈਟਰੋਲ ਦੇ ਨਾਲ ਸਮ੍ਰਿਤੀ ਇਰਾਨੀ ਸਿਲੰਡਰ ਚੁੱਕ ਕੇ ਮੋਢੇ 'ਤੇ ਘੁੰਮਦੀ ਹੁੰਦੀ ਸੀਗੀ, ਅੱਜ ਬੈਠੀ ਆਲੀਸ਼ਾਨ ਕਮਰੇ ਦੇ ਵਿੱਚ। ਠੀਕ ਆ, ਅਗਲੇ ਦਾ ਰਾਜ ਆ। ਹਾਂ, ਸੋ ਇਸ ਕਾਰਨ ਇਹ ਸਰਕਾਰਾਂ ਦੀ ਮਿਲੀ ਭਗਤ ਹੈ ਸਾਰੀ, ਨਾ ਕਿ ਇੱਕ ਇਹ ਗੇਮ ਹੈ, ਆਪਰੇਟਰ ਗੇਮ ਹੈ, ਜਿਹੜੇ ਕਿ ਇੰਨੀ ਤੇਜ਼ੀ ਲਿਆਤੀ ਇਹਨਾਂ ਨੇ ਹਰ ਚੀਜ਼ ਨੂੰ। ਕੋਈ ਤੇਜ਼ੀ ਨਹੀਂ ਹੈਗੀ, ਫਰਜ਼ੀ ਤੇਜ਼ੀ ਹੈ। ਕੋਈ ਫਸਲ ਦੀ ਕਮੀ ਨਹੀਂ, ਜ਼ਿਮੀਂਦਾਰ ਕੋ ਸਰੋਂ ਪਈ ਅੱਜ ਵੀ, ਸਭ ਕੁਝ ਵੇ ਹਿੰਦੁਸਤਾਨ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਇਹਦਾ ਇੱਕ ਆਪਰੇਟਰ ਗੇਮ ਹੈ ਜਿਹੜੀ ਕਿ ਇਹਨਾਂ ਨੇ ਇੰਨੀ ਤੇਜ਼ੀ ਲਿਆਤੀ ਆ। ਸਰ, ਪਰ ਜੋ ਤੇਜ਼ੀ ਲਿਆਂਦੀ ਗਈ ਹੈ ਉਸ ਦਾ ਜਿਹੜਾ ਹੈ ਆਮ ਵਿਅਕਤੀ ਦੀ, ਆਮ ਜਨਤਾ ਦੀ ਜੇਬ ਤੇ ਵੀ ਅਸਰ ਪੈ ਰਿਹਾ, ਤੁਹਾਡੇ ਕੰਮ ਤੇ ਵੀ ਅਸਰ ਪੈ ਰਿਹਾ। ਕੀ ਪਬਲਿਕ ਸਰਕਾਰਾਂ ਨੂੰ ਕੀ ਫਰਕ ਹੈ ਇਸ ਚੀਜ਼ ਦਾ ਜੀ? ਸਾਡੇ 'ਤੇ ਫਰਕ ਪੈ ਰਿਹਾ ਨਹੀਂ ਪੈ ਰਿਹਾ ਜੀ? ਹਾਂ, ਸਾਡੇ ਕੋਲ ਦਾ ਜਿਹੜਾ ਗਾਹਕ ਸੀਗਾ ਅੱਗੇ ਨਾਲੋਂ 30 ਰੁਪਏ ਰਹਿ ਗਿਆ, 70 ਰੁਪਏ ਗਾਹਕ ਘੱਟ ਗਿਆ। ਜਿਹਨੇ ਤੇਲ ਦਾ, ਜਿਹਨੇ ਸਬਜ਼ੀ ਬਣਾਉਣੀ ਸੀ, ਅਗਲਾ ਸੋਚੀ ਜਾਂਦਾ ਬਣਾਵਾਂ। ਇੰਨਾ ਮਹਿੰਗਾ ਤੇਲ, 200 ਰੁਪਏ ਕਿਲੋ ਵਾਲਾ ਤੇਲ, ਕਿੱਥੇ ਸਬਜ਼ੀ ਬਣਦੀ ਹੈ? ਉਹਦੀ ਤਨਖਾਹ ਨਹੀਂ ਵਧੀ, ਤਨਖਾਹ ਦਾ ਕਰੋਨਾ ਨੇ ਘਟਾਤੀ ਉਹਦੀ। ਹਾਂ, ਇਹ 200 ਰੁਪਏ ਦੇ ਵਿੱਚ ਤੁਸੀਂ ਤੇਲ ਕਰਤਾ। ਚਾਹ ਪੱਤੀ 400 ਰੁਪਏ ਕਿਲੋ ਕਰਤੀ। ਪੈਟਰੋਲ 60 ਰੁਪਏ ਵਾਲਾ 100 ਰੁਪਏ ਲੀਟਰ ਕਰਤਾ। ਡੀਜ਼ਲ 60 ਰੁਪਏ ਵਾਲਾ 90 ਰੁਪਏ ਕਰਤਾ। ਇਹਦਾ ਕੀ ਕਰੂਗਾ ਆਪਾਂ ਗਰੀਬ ਆਦਮੀ? ਕੁਝ ਨਹੀਂ ਕਰ ਸਕਦਾ। ਉਹਦਾ ਮੋਦੀ ਨੂੰ ਇਹ ਕਹੂਗਾ ਕਿ ਛਾਲ ਮਾਰਨੀ ਹੈ ਨਹਿਰ ਦੇ ਵਿੱਚ, ਮਾਰ ਦੇ ਬਸ। ਬਿਲਕੁਲ, ਤੇ ਅਸੀਂ ਗੱਲਬਾਤ ਕੀਤੀ ਵਪਾਰੀ ਵਰਗ ਨਾਲ। ਜਵਾਬ ਜਿਹੜੇ ਤੁਸੀਂ ਵੀ ਸੁਣ ਚੁੱਕੇ ਹੋ, ਰੇਟਸ ਦੇ ਵਿੱਚ ਫਰਕ ਕਿੰਨਾ ਹੈ ਰਾਸ਼ਨ ਦੀ ਵੱਖ-ਵੱਖ ਆਈਟਮਸ ਦੇ ਵਿੱਚ, ਉਹ ਵੀ ਤੁਸੀਂ ਸੁਣਿਆ। ਤੇ ਉਸ ਤੋਂ ਇਲਾਵਾ ਹਰ ਇੱਕ ਆਮ ਵਿਅਕਤੀ ਨੂੰ ਹੁਣ ਮਹਿੰਗਾਈ ਦਿਖ ਰਹੀ ਹੈ, ਕਿਉਂਕਿ ਜਦ ਉਹ ਵੀ ਘਰ ਦਾ ਸਮਾਨ ਲੈਣ ਲਈ ਬਾਹਰ ਬਾਜ਼ਾਰ ਦੇ ਵਿੱਚ ਨਿਕਲਦੇ ਨੇ ਤੇ ਉਹਨਾਂ ਲਈ ਵੀ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਕਿਸ ਤਰੀਕੇ ਨਾਲ ਆਪਣੇ ਜੇਬ ਤੇ ਜਿਹੜਾ ਭਾਰ ਵੀ ਨਾ ਪੈਣ ਦੇਣ ਤੇ ਘਰ ਦਾ ਜਿਹੜਾ ਜ਼ਰੂਰੀ ਸਮਾਨ ਹੈ ਉਹ ਵੀ ਆਪਣੇ ਜਿਹੜੇ ਘਰਾਂ ਨੂੰ ਲੈ ਕੇ ਜਾ ਸਕਣ। ਤੇ ਇਸ ਦੇ ਚੱਲਦੇ ਹਰ ਇੱਕ ਆਮ ਵਿਅਕਤੀ, ਉਸ ਦੇ ਨਾਲ ਹੀ ਜੋ ਰਾਸ਼ਨ ਦੇ ਕਾਰੋਬਾਰੀ ਨੇ, ਵਪਾਰੀ ਨੇ, ਉਹਨਾਂ ਦੇ ਵੀ ਜਿਹੜਾ ਕਿਸ ਹੱਦ ਤੱਕ ਉਹ ਪ੍ਰਭਾਵਿਤ ਹੋ ਰਹੇ ਨੇ, ਕਿਉਂਕਿ ਮਹਿੰਗਾਈ ਜਿਹੜੀ ਹੈ ਲਗਾਤਾਰ ਵੱਧਦੀ ਨਜ਼ਰ ਆ ਰਹੀ ਹੈ। ਤੇ ਇਸੇ ਦੇ ਚੱਲਦੇ ਉਹਨਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਜਿਹੜਾ ਹੈ ਇਸ ਨੂੰ ਚੀਜ਼ ਨੂੰ ਵੀ ਲੈ ਕੇ ਰਾਹਤ ਦੇਣੀ ਚਾਹੀਦੀ ਹੈ। ਇਸ ਚੀਜ਼ ਬਾਰੇ ਵੀ ਜਿਹੜਾ ਹੈ ਕੁਝ ਸੋਚਣਾ ਚਾਹੀਦਾ ਹੈ ਤਾਂ ਕਿ ਹਰ ਇੱਕ ਆਮ ਜਨਤਾ ਜਿਹੜੀ ਹੈ ਸਹੀ ਤਰੀਕੇ ਨਾਲ, ਸੁਚਾਰੂ ਢੰਗ ਨਾਲ ਆਪਣੇ ਕੰਮਕਾਰ ਵੀ ਚਲਾ ਸਕੇ ਤੇ ਉਹਨਾਂ ਦੀ ਜੇਬ ਤੇ ਜਿਹੜਾ ਹੈ ਜ਼ਿਆਦਾ ਅਸਰ ਵੀ ਨਾ ਪਵੇ। ਕੈਮਰਾਮੈਨ ਬਲਜਿੰਦਰ ਸਿੰਘ ਦੇ ਨਾਲ ਕਲਪਨਾ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।